ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਚੱਲ ਰਹੀ ਲੜੀਵਾਰ ਕਥਾ ਪ੍ਰਸੰਗ ਰਾਜ ਜੋਗੀ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਅਗਲੇ ਜੀਵਨ ਦੀ ਪ੍ਰਸੰਗ ਦੀ ਕਥਾ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਸ਼ੇਰ ਖਾਂ ਸ਼ਿਕਤ ਖਾ ਕੇ ਨੱਠ ਗਿਆ ਤੇ ਬਾਬਾ ਜੀ ਨੇ ਫਿਰ ਇਹ ਜਿਹੜਾ ਕਿਲਾ ਸੀਗਾ ਜਿੰਦਾ ਦਾ, ਜਦ ਇਹ 'ਤੇ ਆਪਣਾ ਕਬਜ਼ਾ ਕਰ ਲਿਆ, ਫਿਰ ਉਸ ਟਾਈਮ ਸੰਗਤ ਦੇ ਵਿੱਚ ਬਹੁਤ ਭਾਰੀ ਖੁਸ਼ੀ ਮਨਾਈ ਗਈ। ਆਲੇ ਦੁਆਲੇ ਦੀਆਂ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਸੀਗੀਆਂ, ਜਿਹੜੀਆਂ ਸ਼ੇਰ ਖਾਂ ਦੇ ਜਿਹੜਾ ਅਤਿਆਚਾਰ ਸੀਗਾ ਉਹ ਤੋਂ ਬੜੀਆਂ ਦੁਖੀ ਸੀਗੀਆਂ, ਉਹਨਾਂ ਨੇ ਫਿਰ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਆ। ਅਤੇ ਬਾਬਾ ਜੀ ਨੇ ਫਿਰ ਉੱਥੇ ਦੀਵਾਨ ਸਜਾਏ ਆ ਜਾਂ ਦੀਵਾਨ ਸਵਾਏ ਆ, ਅਤੇ ਫਿਰ ਆਲੇ ਦੁਆਲੇ ਇਲਾਕੇ ਦੀਆਂ ਸੰਗਤਾਂ ਪਹੁੰਚੀਆਂ ਇਸ ਦੀਵਾਨ ਦੇ ਅੰਦਰ। ਅਤੇ ਬਾਬਾ ਜੀ ਦੇ ਬਚਨ ਸਭ ਸੰਗਤਾਂ ਨੇ ਸਰਵਣ ਕੀਤੇ ਆ, ਅਤੇ ਬੇਅੰਤ ਸੰਗਤਾਂ ਨੇ ਬਾਬਾ ਜੀ ਦੇ ਜੋ ਉਸ ਦੀਵਾਨ ਦੇ ਵਿੱਚ ਅੰਮ੍ਰਿਤ ਪਾਨ 5 ਪਿਆਰਿਆਂ ਵੱਲੋਂ ਕਰਵਾਇਆ ਗਿਆ ਸੀਗਾ। ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਫਿਰ ਗੁਰੂ ਦੇ ਸਿੰਘ ਸਜੇ ਸੀਗੇ। ਸੋ ਉਸ ਟਾਈਮ ਫਿਰ ਬਾਕੀ ਸਾਰੀਆਂ ਸੰਗਤਾਂ ਨੇ ਬਾਬਾ ਜੀ ਨੂੰ ਇਹ ਦੱਸਿਆ ਸੀਗਾ ਕਿ ਸ਼ੇਰ ਖਾਂ ਤਾਂ ਜਿਹੜਾ ਇਹਨੂੰ ਤਾਂ ਸੋਧ ਦਿੱਤਾ ਗਿਆ ਹੈਗਾ, ਪਰ ਇੱਕ ਹੰਸੋਲੇ ਵਾਲਿਆ ਜਿਹੜੇ ਉੱਥੇ ਦੇ ਹਾਕਮ ਆ, ਉਹਨਾਂ ਨੇ ਬੜੀ ਅੱਤ ਚੱਕੀ ਆ। ਫਿਰ ਬਾਬਾ ਜੀ ਨੇ ਕਿਹਾ ਸੀਗਾ, ਕਹਿੰਦੇ ਤੁਸੀਂ ਕੋਈ ਫਿਕਰ ਨਾ ਕਰੋ, ਸਮਾਂ ਪਾ ਕੇ ਤੇ ਜਿੰਨੇ ਵੀ ਜਰਬਾਣੇ ਸਾਰੇ ਸੋਧੇ ਜਾਣਗੇ। ਸੋ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਜਿਹੜਾ ਇਹ ਕਿਲਾ ਸੀਗਾ ਹੰਸੋਲੇ ਵਾਲਿਆਂ ਦਾ, ਇਸ ਕਿਲੇ ਨੂੰ ਘੇਰ ਲਿਆ। ਜਦ ਫਿਰ ਇਸ ਕਿਲੇ ਨੂੰ ਘੇਰਿਆ, ਇਸ ਕਿਲੇ ਨੂੰ ਘੇਰ ਕੇ ਫਿਰ ਇੱਥੇ ਬਾਬਾ ਜੀ ਨੇ ਜੰਗ ਕੀਤੀ ਸੀਗੀ। ਫਿਰ ਇਹ ਜਿਹੜਾ ਕਿਲਾ ਸੀਗਾ ਇਹ ਵੀ ਬਾਬਾ ਜੀ ਨੇ ਫਿਰ ਇਹਨਾਂ ਤੋਂ ਫਤਿਹ ਕਰਕੇ ਤੇ ਉੱਥੇ ਫਿਰ ਖਾਲਸੇ ਦੇ ਝੰਡੇ ਗੱਡੇ ਸੀਗੇ। ਸੋ ਇੱਧਰੋਂ ਜਦ ਸ਼ੇਰ ਖਾਂ ਜਿਹੜਾ ਸੀਗਾ ਇਹ ਇਸ ਕਿਲੇ ਨੂੰ ਛੱਡ ਕੇ ਆਪਣੇ ਕੁਝ ਸਾਥੀਆਂ ਦੇ ਨਾਲ ਗੁਪਤ ਮਾਰਗ ਥਾਣੀ ਦੂਸਰੀ ਜਗ੍ਹਾ ਭੱਜਿਆ, ਅਤੇ ਇੱਕ ਸਰਦਾਰ ਸੈਦਪੁਰ ਵਾਲੇ ਹੋਇਆ ਜਿਨ੍ਹਾਂ ਦਾ ਨਾਂ ਸੀ ਸਰਦਾਰ ਉੱਤਮ ਸਿੰਘ ਜੀ ਮਜੀਠੀਏ। ਇਹਦੇ ਕੋਲ ਆ ਕੇ ਸ਼ੇਰ ਖਾਂ ਨੇ ਫਿਰ ਆ ਕੇ ਆਪਣੀ ਸ਼ਰਨ ਮੰਗੀ ਸੀਗੀ। ਜਦ ਸ਼ਰਨ ਮੰਗੀ ਸੀ ਤਾਂ ਉੱਤਮ ਸਿੰਘ ਜਿਹੜੇ ਸੈਦਪੁਰ ਦੇ ਸਰਦਾਰ ਸੀਗੇ, ਇਹਨਾਂ ਨੂੰ ਪਤਾ ਸੀਗਾ ਵੀ ਇਹ ਜਿਹੜਾ ਸ਼ੇਰ ਖਾਂ ਹੈਗਾ ਇਹ ਸਿੰਘਾਂ ਦਾ ਭਗੌੜਾ ਹੈਗਾ, ਅਤੇ ਦੂਸਰੀ ਗੱਲ ਇਹ ਹੈਗਾ ਕਿ ਇਸ ਬਾਬਾ ਜੀ ਦਾ ਦੋਖੀ ਹੈ ਅਤੇ ਬਾਬਾ ਜੀ ਦਾ ਭਗੌੜਾ ਹੈਗਾ। ਪਰ ਜਦੋਂ ਉੱਥੇ ਦੇ ਕੁਛ ਸਿੰਘਾਂ ਨੇ ਬਾਬਾ ਜੀ ਨੂੰ ਇਹ ਖਬਰ ਦਿੱਤੀ ਹੈ ਕਿ ਜਿਹੜਾ ਸ਼ੇਰ ਖਾਂ ਹੈਗਾ ਇਹ ਸਰਦਾਰ ਉੱਤਮ ਸਿੰਘ ਮਜੀਠੀਏ ਦੇ ਕੋਲ ਪਹੁੰਚ ਗਿਆ ਹੈਗਾ, ਅਤੇ ਬਾਬਾ ਜੀ ਨੇ ਫਿਰ ਸ਼ੇਰ ਖਾਂ ਨੂੰ ਸੁਨੇਹਾ ਭੇਜਿਆ ਸੀਗਾ ਕਿ ਤੁਸੀਂ ਇਹ ਜਿਹੜਾ ਸੈਦ ਖਾਂ ਹੈਗਾ ਜਾਂ ਤਾਂ ਇਹਨੂੰ ਕੈਦ ਕਰ ਲਓ, ਅਗਰ ਕੈਦ ਨਹੀਂ ਕਰ ਸਕਦੇ ਤਾਂ ਇਹਨੂੰ ਸਾਡੇ ਹਵਾਲੇ ਕਰ ਦਿਓ। ਪਰ ਦੇਖੋ ਉਸ ਟਾਈਮ ਉੱਤਮ ਸਿੰਘ ਦਾ ਜਿਹੜਾ ਮਨ ਸੀਗਾ ਉਹ ਸੈਦ ਖਾਂ ਦੇ ਨਾਲ ਇੰਨਾ ਉਹਨਾਂ ਟਾਈਮਾਂ ਦੇ ਵਿੱਚ ਇਕਮਕ ਹੋ ਗਿਆ ਸੀਗਾ, ਅਤੇ ਉੱਤਮ ਸਿੰਘ ਨੇ ਇੱਕ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦੇ ਕੇ ਬਾਬਾ ਜੀ ਨੇ ਜਵਾਬ ਦਿੱਤਾ ਸੀਗਾ ਕਿ ਬਾਹਾਂ ਜਿਨ੍ਹਾਂ ਦੀ ਪਕੜੀਏ ਸਰਦੀਜੇ ਬਾਂਹ ਨਾ ਛੋੜੀਏ, ਅਤੇ ਮੈਂ ਸੈਦ ਖਾਂ ਦੀ ਬਾਂਹ ਫੜ ਲਈ ਆ। ਤੁਸੀਂ ਅਗਰ ਹਿੰਮਤ ਹੈਗੀ ਆ ਤਾਂ ਫਿਰ ਸੈਦ ਖਾਂ ਨੂੰ ਮੇਰੇ ਕੋਲੋਂ ਛਡਾ ਕੇ ਲੈ ਕੇ ਜਾ ਸਕਦੇ ਆ, ਅਤੇ ਮੈਂ ਸੈਦ ਖਾਂ ਦੀ ਜਿਹੜੀ ਪਨਾਹ ਦੀ ਜਿਹੜੀ ਕਸਮ ਖਾਧੀ ਹੈਗੀ ਹੈ ਮੈਂ ਹਰ ਹਾਲਤ 'ਚ ਪੂਰੀ ਕਰੂੰਗਾ। ਜਦੋਂ ਉੱਤਮ ਸਿੰਘ ਮਜੀਠੀਏ ਨੇ ਇਹ ਖਬਰ ਬਾਬਾ ਜੀ ਦੇ ਤੱਕ ਪਹੁੰਚਾਈ ਸੀ ਤਾਂ ਫਿਰ ਬਾਬਾ ਜੀ ਨੇ ਆਖਿਆ ਸੀਗਾ ਉੱਤਮ ਸਿੰਘ ਮਜੀਠੀਏ ਨੂੰ, ਕਹਿੰਦੇ ਸੀਗੇ ਕਿ ਤੂੰ ਧਰਮ ਦੇ ਨਾਲੋਂ ਜਿਹੜਾ ਧੜਾ ਇਹਨੂੰ ਚੰਗਾ ਕਰਕੇ ਜਾਣਿਆ ਹੈਗਾ, ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ। ਗੁਰੂ ਸ਼ਬਦ ਦੀ ਆੜ ਦੇ ਉੱਤੇ ਜਿਹੜਾ ਤੂੰ ਇਹ ਕੰਮ ਚਲਾ ਰਿਹਾ ਹੈਗਾ, ਇਹ ਜਿਹੜੀ ਤੇਰੀ ਖੋਟੀ ਨੀਤ ਹੈਗੀ ਆ, ਇਸ ਖੋਟੀ ਨੀਤ ਦਾ ਤੈਨੂੰ ਇੱਕ ਨਾ ਇੱਕ ਦਿਨ ਦੰਡ ਜ਼ਰੂਰ ਮਿਲੂਗਾ। ਪਰ ਬਾਬਾ ਜੀ ਨੇ ਫਿਰ ਮਨ 'ਚ ਵਿਚਾਰ ਕੀਤੀ ਕਿ ਅਸੀਂ ਫਿਰ ਹਾਲ ਉੱਤਮ ਸਿੰਘ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਕਰਨਾ ਹੈਗਾ, ਕਿਉਂਕਿ ਬਾਬਾ ਜੀ ਨੇ ਇਹੋ ਹੀ ਗੱਲ ਕਹੀ ਸੀ ਉੱਤਮ ਸਿੰਘ ਨੂੰ ਕਿ ਤੇਰੀ ਜਿਹੜੀ ਨੀਅਤ ਖੋਟੀ ਆ, ਇਸ ਖੋਟੀ ਨੀਅਤ ਦਾ ਤੈਨੂੰ ਫਲ ਜ਼ਰੂਰ ਮਿਲੇਗਾ। ਦੇਖੋ ਇਹ ਕਹਿ ਕੇ ਬਾਬਾ ਜੀ ਤਾਂ ਉੱਥੋਂ ਚਲੇ ਗਏ ਸੀਗੇ। ਜਦ ਬਾਬਾ ਜੀ ਉੱਥੋਂ ਚਲੇ ਗਏ ਆ ਅਤੇ ਇੱਧਰ ਇਹ ਵਚਨ ਸੱਤ ਹੋਇਆ, ਅਤੇ ਫਿਰ ਉੱਤਮ ਸਿੰਘ ਦੇ ਜਿਹੜੇ 2 ਲੜਕੇ ਸੀਗੇ ਇਹ 2 ਲੜਕੇ ਜਿਹੜੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਜਦ ਇਹਨਾਂ ਦੀ ਮੌਤ ਹੋਈ ਸੀ, ਇਹ ਮਾਰੇ ਗਏ ਸੀ। ਜਦ ਇਹਨਾਂ ਦੀ ਮੌਤ ਹੋਈ ਤਾਂ ਫਿਰ ਉੱਤਮ ਸਿੰਘ ਦੇ ਮਨ ਦੇ ਵਿੱਚ ਇਹ ਜਿਹੜੀ ਪੀੜ ਸੀਗੀ ਇਹ ਬਹੁਤ ਜ਼ਿਆਦਾ ਹੋਈ ਆ। ਸਾਰੇ ਇਲਾਕੇ 'ਚ ਪਤਾ ਲੱਗ ਗਿਆ ਕਿ ਬਾਬਾ ਜੀ ਦੇ ਬੋਲ ਜਿਹੜੇ ਸੱਤ ਹੋਇਆ। ਫਿਰ ਉੱਤਮ ਸਿੰਘ ਨੂੰ ਜਦ ਆਪਣੀ ਗਲਤੀ ਦਾ ਅਹਿਸਾਸ ਹੋਇਆ, ਫਿਰ ਇਹ ਬਾਬਾ ਜੀ ਪਾਸ ਆਇਆ। ਇਹਨੇ ਆ ਕੇ ਦੋਨੇ ਹੱਥ ਜੋੜ ਕੇ ਬਾਬਾ ਜੀ ਦੇ ਅੱਗੇ ਫਿਰ ਮਿਹਨਤ ਕੀਤੀ ਸੀ, ਜੋਦੜੀ ਕੀਤੀ ਸੀ ਅਤੇ ਆਪਣੇ ਆਪ ਨੂੰ ਬਖਸ਼ਾਉਣ ਦੀ ਅਰਦਾਸ ਕੀਤੀ ਸੀ। ਪਰ ਖੈਰ ਜਿਵੇਂ ਗੁਰਬਾਣੀ ਦਾ ਫਰਮਾਨ ਹੈਗਾ ਕਿ ਬਾਬਾ ਜੀ ਦਾ ਜਿਹੜਾ ਸੁਭਾਅ ਹੈਗਾ ਉਹ ਖੇਮਾ ਹੈਗਾ, ਇੱਕ ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਜਦ ਉਹ ਸ਼ਰਨ 'ਚ ਆ ਜਾਂਦਾ ਉਹਨੂੰ ਛਿੰਡ ਦੇ ਵਿੱਚ ਬਖਸ਼ ਦਿੰਦੇ ਆ।
ਸੋ ਬਾਬਾ ਜੀ ਨੇ ਫਿਰ ਉੱਤਮ ਸਿੰਘ ਨੂੰ ਕਿਹਾ ਸੀਗਾ ਕਿ ਭਾਈ ਹੁਣ ਤੁਸੀਂ ਇੱਕੋ ਹੀ ਤੇਰੀ ਗੱਲ ਦੇ ਨਾਲ ਵਿਚਾਰ ਜਿਹੜਾ ਹੈਗਾ ਬਚਾਅ ਹੋ ਸਕਦਾ ਹੈਗਾ ਕਿ ਤੁਸੀਂ ਇਹ ਜਿਹੜਾ ਇਲਾਕਾ ਹੈ ਨਾ ਸੈਦਪੁਰ, ਇਹਨੂੰ ਛੱਡ ਕੇ ਕਿਸੇ ਨਵੀਂ ਜਗ੍ਹਾ ਚਲੇ ਜਾਓ। ਫਿਰ ਉੱਤਮ ਸਿੰਘ ਨੇ ਇਸੇ ਤਰ੍ਹਾਂ ਕੀਤੀ ਸੀਗੀ ਕਿ ਇਹ ਜਿਹੜਾ ਇਲਾਕਾ ਸੀਗਾ ਇਹ ਛੱਡ ਦਿੱਤਾ ਸੀਗਾ ਅਤੇ ਇੱਕ ਨਨਾੜੀ ਜਿਹੜਾ ਇਲਾਕਾ ਹੈਗਾ, ਇਹ ਨਨਾੜੀ ਇਲਾਕਾ ਜਿਹੜਾ ਸੀਗਾ ਇਹ ਤਹਿਸੀਲ ਗੁੱਜਰ ਖਾਨ ਦੇ ਵਿੱਚ ਪੈਂਦਾ ਹੈਗਾ। ਸੋ ਨਨਾੜੀ ਇਲਾਕਾ ਤਹਿਸੀਲ ਗੁੱਜਰ ਖਾਨ ਦੇ ਵਿੱਚ ਇੱਥੇ ਹੈ ਨਾ ਫਿਰ ਉੱਤਮ ਸਿੰਘ ਨੇ ਆ ਕੇ ਆਪਣਾ ਜਿਹੜਾ ਸੀਗਾ ਵਸੇਬਾ ਕਰ ਲਿਆ ਸੀਗਾ। ਅਤੇ ਬਾਕੀ ਜਿੰਨਾ ਵੀ ਉਹਦੇ ਕੋਲ ਸਰਮਾਇਆ ਸੀਗਾ, ਧਨ ਦੌਲਤ ਸੀਗੀ, ਪਰ ਇੱਥੇ ਹੀ ਫਿਰ ਉਹਨੇ ਹੈ ਨਾ ਇੱਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਦੇ ਉੱਤੇ ਹੈ ਨਾ ਇਸ ਅਸਥਾਨ ਦੇ ਉੱਤੇ ਇੱਕ ਗੁਰਦੁਆਰੇ ਸਾਹਿਬ ਦੀ ਸੇਵਾ ਕੀਤੀ ਸੀਗੀ। ਸੋ ਇਹ ਸੇਵਾ ਕਰਕੇ ਫਿਰ ਉੱਤਮ ਸਿੰਘ ਜਿਹੜੇ ਸੀਗੇ ਇੱਥੇ ਹੀ ਆਪਣਾ ਜਿਹੜਾ ਹੈ ਨਾ ਸਰੀਰ ਜਿਹੜਾ ਸੀਗਾ ਉਹ ਤਿਆਗ ਗਏ ਸੀਗੇ। ਇਸ ਤੋਂ ਬਾਅਦ ਫਿਰ ਬਾਬਾ ਜੀ ਜਦ ਅੱਗੇ ਗਏ ਆ ਅਤੇ ਇੱਕ ਢਡਿਆਲ ਦੇ ਸੈਯਦ ਮੇਹਰ ਸ਼ਾਹ ਜੀ ਹੋਏ ਆ। ਜਿਹੜੇ ਸੈਯਦ ਮੇਹਰ ਸ਼ਾਹ ਸੀਗੇ ਹੈ ਨਾ, ਇਹਨਾਂ ਨੂੰ ਬਾਬਾ ਜੀ ਦਾ ਜਿਹੜਾ ਪ੍ਰਤਾਪ ਸੀਗਾ ਇਹਦਾ ਬਹੁਤ ਜ਼ਿਆਦਾ ਜਾਣੀ ਕਿ ਆਪਣੇ ਮਨ ਦੇ ਵਿੱਚ ਸ਼ਰਧਾ, ਪਿਆਰ ਅਤੇ ਪ੍ਰੇਮ ਦੇ ਨਾਲ ਅਦਬ ਸਤਿਕਾਰ ਸੀਗਾ। ਸੋ ਇਹਨਾਂ ਨੇ ਜਾ ਕੇ ਨਾ ਬਾਬਾ ਜੀ ਨੂੰ ਫਰਿਆਦ ਕੀਤੀ ਕਿ ਤੁਸੀਂ ਹੈ ਨਾ ਢਡਿਆਲ ਸਾਡੇ ਇਲਾਕੇ ਦੇ ਵਿੱਚ ਆ ਕੇ ਚਰਨ ਪਾਓ। ਪਰ ਬਾਬਾ ਜੀ ਨੇ ਟਾਈਮ ਦੀ ਕਮੀ ਹੋਣ ਕਰਕੇ ਕਹਿ ਦਿੱਤਾ ਸੀਗਾ ਕਿ ਅਸੀਂ ਅੱਗੇ ਬੜਾ ਜ਼ਰੂਰੀ ਜਾਣਾ ਹੈਗਾ, ਇਸ ਕਰਕੇ ਅਸੀਂ ਢਡਿਆਲ ਆ ਨਹੀਂ ਸਕਦੇ। ਸੋ ਸੈਯਦ ਮੇਹਰ ਸ਼ਾਹ ਨੇ ਫਿਰ ਬਾਬਾ ਜੀ ਨੂੰ ਕਿਹਾ ਸੀਗਾ ਕਿ ਅਗਰ ਤੁਸੀਂ ਨਹੀਂ ਆ ਸਕਦੇ ਤਾਂ ਸਾਨੂੰ ਇਸ ਤਰ੍ਹਾਂ ਕਰੋ, ਆਪਣੇ ਚਰਨਾਂ ਦੀ ਹੈ ਨਾ ਇੱਕ ਜਿਹੜੀ ਧੂੜੀ ਆ ਉਹ ਸਾਨੂੰ ਬਖਸ਼ ਦਿਓ। ਪਰ ਬਾਬਾ ਜੀ ਇਹ ਗੱਲ ਸੁਣ ਕੇ ਫਿਰ ਚੁੱਪ ਕਰ ਗਏ। ਅਤੇ ਉਸ ਤੋਂ ਬਾਅਦ ਫਿਰ ਸੈਯਦ ਮੇਹਰ ਲਾਲ ਨੇ ਬਾਬਾ ਜੀ ਦੇ ਚਰਨਾਂ ਦੀ ਧੂੜੀ ਦੀ ਜਿਹੜੀ ਇੱਕ ਜਾਂ ਕੁਛ ਜਿਹੜੀ ਧੂੜੀ ਸੀਗੀ ਉਹ ਇਕੱਠੀ ਕਰਕੇ ਇੱਕ ਕੱਪੜੇ ਦੇ ਵਿੱਚ ਬੰਨ੍ਹੀ ਸੀ ਅਤੇ ਇਹ ਫਿਰ ਢਡਿਆਲ ਦੇ ਵਿੱਚ ਲੈ ਗਏ ਸੀਗੇ ਇਸ ਧੂੜੀ ਨੂੰ। ਇਹਨਾਂ ਨੇ ਫਿਰ ਆਪਣੇ ਇਲਾਕੇ ਦੇ ਵਿੱਚ ਇੱਕ ਚੰਗੀ ਜਗ੍ਹਾ ਦੇਖ ਕੇ ਬਾਬਾ ਜੀ ਦੀ ਜਿਹੜੀ ਚਰਨਾਂ ਦੀ ਧੂੜ ਸੀ ਉੱਥੇ ਦੱਬੀ ਸੀਗੀ ਅਤੇ ਇੱਥੇ ਹੀ ਫਿਰ ਇਹਨਾਂ ਨੇ ਹੈ ਨਾ ਬਾਬਾ ਜੀ ਦੇ ਨਾਂ ਦੇ ਉੱਤੇ ਇੱਕ ਗੁਰੂ ਘਰ ਬਣਾਇਆ ਸੀਗਾ। ਅਤੇ ਬਾਕੀ ਆਲੇ ਦੁਆਲੇ ਜਿਹੜੀ ਜ਼ਮੀਨ ਸੀਗੀ ਉਹ ਵੀ ਹੈ ਨਾ ਇਸ ਲੰਗਰ ਦੇ ਵਿੱਚ ਨਾਂ ਕੀਤੀ ਸੀਗੀ। ਇਸੇ ਤਰ੍ਹਾਂ ਹੈ ਨਾ ਇੱਕ ਰਤਨ ਸਿੰਘ ਜੀ ਹੋਏ ਆ। ਜਿਹੜੇ ਰਤਨ ਸਿੰਘ ਸੀਗੇ ਹੈ ਨਾ ਇਹ ਬਹਾਲੀ ਨਗਰ ਦੇ ਸੀਗੇ ਅਤੇ ਇਹਨਾਂ ਦਾ ਇੱਕ ਪਿੰਡ ਦਾ ਜਿਹੜਾ ਕਬਜ਼ਾ ਸੀਗਾ ਉਹ ਰਾਜਾ ਸਾਹਿਬ ਸਿੰਘ ਭੰਗੀ ਨੇ ਆਪਣੇ ਕਬਜ਼ੇ 'ਚ ਕੀਤਾ ਸੀਗਾ ਇਹਨਾਂ ਦੇ ਇੱਕ ਪਿੰਡ ਨੂੰ। ਜਦ ਕਬਜ਼ੇ 'ਚ ਕੀਤਾ ਸੀਗਾ ਅਤੇ ਰਤਨ ਸਿੰਘ ਨੇ ਮਨ ਹੀ ਮਨ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀਗੀ ਕਿ ਅਗਰ ਉਹ ਪਿੰਡ ਮੈਨੂੰ ਦੁਬਾਰਾ ਮਿਲ ਜਾਵੇ ਅਤੇ ਫਿਰ ਮੈਂ ਹੈ ਨਾ 500 ਮੋਹਰਾਂ ਬਾਬਾ ਜੀ ਦੇ ਚਰਨਾਂ 'ਚ ਭੇਟਾ ਕਰਾਂ। ਪਰ ਦੇਖੋ ਕਰਨੀ ਐਸੀ ਬਣੀ ਆ ਕਿ ਉਹਦੀ ਅਰਦਾਸ ਮਨਜ਼ੂਰ ਹੋਈ ਆ। ਉਹ ਪਿੰਡ ਉਹਨੂੰ ਜਿਹੜਾ ਰਤਨ ਸਿੰਘ ਨੂੰ ਸੀਗਾ ਉਹ ਵਾਪਸ ਮਿਲ ਗਿਆ। ਜਦ ਵਾਪਸ ਮਿਲਿਆ ਅਤੇ ਰਤਨ ਸਿੰਘ ਦੇ ਮਨ ਦੇ ਵਿੱਚ ਫਿਰ ਜਿਹੜੀ 500 ਮੋਹਰ ਦੀ ਜਿਹੜੀ ਭੇਟਾ ਸੀਗੀ ਜੋ ਉਹਨੇ ਸੁਖੀ ਸੀਗੀ, ਇਹ ਮਨ ਹੀ ਮਨ ਉਹਨੇ ਵਿਚਾਰ ਕੀਤੀ ਕਿ ਇਹ ਬਾਬਾ ਜੀ ਨੂੰ ਨਾ ਦਿੱਤੀ ਜਾਵੇ ਤਾਂ ਚੰਗੀ ਹੈ। ਸੋ ਇੱਕ ਵਾਰ ਫਿਰ ਜਿਹੜੇ ਰਤਨ ਸਿੰਘ ਸੀਗੇ ਜਦੋਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆਏ ਅਤੇ ਇਹ ਦੀਵਾਨ ਦੇ ਵਿੱਚ ਹੈ ਨਾ ਪਿੱਛੇ ਮੱਥਾ ਟੇਕ ਕੇ ਬੈਠ ਗਏ। ਜਦ ਮੱਥਾ ਟੇਕ ਕੇ ਬੈਠੇ ਤਾਂ ਉਸ ਟਾਈਮ ਬਾਬਾ ਜੀ ਸੰਗਤਾਂ ਨੂੰ ਬਚਨ ਵਿਲਾਸ ਕਰਦੇ ਸੀਗੇ। ਬਚਨ ਵਿਲਾਸਾਂ ਵਿੱਚ ਬਾਬਾ ਜੀ ਨੇ ਇਹ ਗੱਲ ਕਹੀ ਸੀਗੀ ਕਿ ਅਗਰ ਕਿਸੇ ਨੂੰ ਕੋਈ ਗਰਜ ਹੁੰਦੀ ਆ ਤਾਂ ਫਿਰ ਉਹ ਇਸ ਗਰਜ ਦੇ ਅਨੁਸਾਰ ਆਪਣੀ ਜਦ ਸੁਖਣਾ ਗੁਰੂ ਪੀਰ ਦੇ ਅੱਗੇ ਰੱਖਦਾ ਹੈਗਾ ਅਤੇ ਬਹੁਤ ਤਰਲੇ ਜੋਦੜੀਆਂ ਤੋਂ ਬੇਨਤੀਆਂ ਕਰਦਾ ਹੈਗਾ। ਪਰ ਜਦੋਂ ਉਹਦੀਆਂ ਤਰਲੇ ਜੋਦੜੀਆਂ ਤੋਂ ਬੇਨਤੀਆਂ ਨੂੰ ਗੁਰੂ ਸਵੀਕਾਰ ਕਰ ਲੈਂਦਾ ਹੈਗਾ, ਉਹਦੀ ਸੁਖਣਾ ਪੂਰੀ ਹੋ ਜਾਂਦੀ ਆ। ਪਰ ਉਹ ਸੁਖਣਾ ਦੇਣ ਤੋਂ ਜਿਹੜਾ ਹੈਗਾ ਫਿਰ ਮੁੱਕਰ ਜਾਂਦਾ ਹੈਗਾ। ਜਦ ਬਾਬਾ ਜੀ ਨੇ ਇਸ ਤਰ੍ਹਾਂ ਦੇ ਬਚਨ ਸੰਗਤ 'ਚ ਕੀਤੇ ਅਤੇ ਸੰਗਤਾਂ ਨੇ ਫਿਰ ਮਨ ਹੀ ਮਨ ਸੋਚਿਆ ਕਿ ਜ਼ਰੂਰ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਭੇਦ ਹੈਗਾ। ਫਿਰ ਉਹਨਾਂ ਨੇ ਬਾਬਾ ਜੀ ਨੂੰ ਪੁੱਛਿਆ ਸੀਗਾ ਕਿ ਸਾਨੂੰ ਇਹ ਦੱਸੋ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਸ ਤਰ੍ਹਾਂ ਦਾ ਕੋਈ ਆਦਮੀ ਹੈਗਾ ਵੀ ਜਿਹੜਾ ਇਸ ਤਰ੍ਹਾਂ ਦਾ ਹੋਵੇ। ਪਰ ਜਿਹੜਾ ਰਤਨ ਸਿੰਘ ਸੀਗਾ ਜਿਹਨੇ ਸਾਰੀ ਗੱਲਬਾਤ ਬਾਬਾ ਜੀ ਦੇ ਮੁਖ ਤੋਂ ਸੁਣੀ ਸੀਗੀ, ਉਹ ਫਿਰ ਆਪ ਹੀ ਉੱਠ ਕੇ ਨਾ ਬਾਬਾ ਜੀ ਦੇ ਚਰਨਾਂ 'ਚ ਢਹਿ ਗਿਆ ਸੀਗਾ। ਉਹਨੇ ਕਿਹਾ ਸੀਗਾ ਕਿ ਮੈਂ ਸੁੱਖਿਆ ਸੀਗਾ ਕਿ ਮੈਂ 500 ਮੋਹਰਾਂ ਆਪ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰਾਂ, ਪਰ ਮੇਰੇ ਮਨ ਜਿਹੜਾ ਸੀਗਾ ਹੁਣ ਇਸ ਕੰਮ ਤੋਂ ਮੁੱਕਰ ਗਿਆ ਸੀਗਾ। ਪਰ ਉਹ ਪਿੰਡ ਮੈਨੂੰ ਮਿਲਣ ਦੇ ਬਾਵਜੂਦ ਵੀ ਮੈਂ 500 ਮੋਹਰਾਂ ਜਿਹੜੀਆਂ ਸੀਗੀਆਂ ਉਹ ਅੰਦਰ ਹੀ ਖਾਤੇ ਭੇਟਾ ਦੇਣ ਤੋਂ ਦੇ ਵਿੱਚ ਛੁਪਾ ਲਈਆਂ ਸੀਗੀਆਂ। ਪਰ ਫਿਰ ਉਹ ਰਤਨ ਸਿੰਘ ਨੇ 500 ਮੋਹਰਾਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਭੇਟਾ ਵਜੋਂ ਰੱਖ ਦਿੱਤੀਆਂ ਸੀਗੀਆਂ। ਇਸੇ ਤਰ੍ਹਾਂ ਨਾ ਸਮਾਂ ਲੰਘਦਾ ਗਿਆ। ਜਦ ਸਮਾਂ ਲੰਘਦਾ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਇਹ ਵੀ ਆਪਣੇ ਰਾਜ ਦਾ ਵਿਸਥਾਰ ਕਰਦੇ ਕਰਦੇ ਜਿਹੜੇ ਸੀਗੇ ਜਦ ਅੱਗੇ ਵਧਣ ਲੱਗੇ ਆ ਅਤੇ ਇੱਕ ਇਲਾਕੇ ਦੇ ਵਿੱਚ ਜਦ ਇਹ ਪਹੁੰਚੇ ਹੈ ਅਤੇ ਉਸ ਪਹੁੰਚ ਦੇ ਵਿੱਚ ਇਹਨਾਂ ਦੀ ਜਿਹੜੀ ਭੇਟ ਸੀ ਹੈ ਨਾ ਬਾਬਾ ਜੀ ਨਾਲ ਹੋਈ। ਜਦ ਬਾਬਾ ਜੀ ਨਾਲ ਮੁਲਾਕਾਤ ਹੋਈ ਫਿਰ ਕੀ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਸਾਹਿਬ ਸਿੰਘ ਬੇਦੀ ਦਾ ਜਿਹੜਾ ਆਪਸੀ ਪੁਰਾਣਾ ਪਿਆਰ ਸੀਗਾ ਉਹ ਫਿਰ ਉਸ ਟਾਈਮ ਦੇ ਵਿੱਚ ਜਿਹੜਾ ਸੀਗਾ ਉਹ ਇੰਨਾ ਜ਼ਿਆਦਾ ਉੱਚਾ ਹੋ ਗਿਆ ਸੀਗਾ ਕਿ ਬਾਬਾ ਜੀ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਦੋਨਾਂ ਬੈਠ ਕੇ ਕਈ ਘੰਟੇ ਜਿਹੜੀਆਂ ਸੀ ਆਪਣੀਆਂ ਜੋ ਵਿਚਾਰਾਂ ਸੀਗੀਆਂ ਸਾਂਝੀਆਂ ਕੀਤੀਆਂ। ਇਹਨਾਂ ਵਿਚਾਰਾਂ ਤੋਂ ਸਾਂਝਾ ਕਰਨ ਤੋਂ ਬਾਅਦ
ਫਿਰ ਦੋਨਾਂ ਨੇ ਇੱਕ ਵਿਚਾਰ ਜਿਹੜੀ ਸੀਗੀ ਉਹ ਕੀਤੀ ਹੈ, ਉਹ ਇਹ ਹੈਗਾ ਕਿ ਇੱਕ ਤਾਂ ਜਿਹੜਾ ਹੈ ਨਾ ਸ਼ਹੀਦਵਾਲ ਹੈ ਅਤੇ ਇੱਕ ਮਖਿਆਲ ਹੈਗਾ। ਇਹ ਜਿਹੜੇ ਦੋ ਇਲਾਕੇ ਆ ਇਹਨਾਂ ਦੇ ਵਿੱਚ ਜਿਹੜੇ ਦੋ ਕਿਲੇ ਆ ਹੈ ਨਾ, ਇਹ ਆਕੀ ਕਿਲੇ ਹੈਗੇ ਆ। ਇਹ ਸਾਡੇ ਹੱਥੋਂ ਅਜੇ ਤੱਕ ਫਤਿਹ ਨਹੀਂ ਹੋਏ। ਸੋ ਜਦ ਤੱਕ ਇਹ ਕਿਲੇ ਜਿਹੜੇ ਹੈ ਨਾ ਫਤਿਹ ਨਹੀਂ ਹੁੰਦੇ ਤਦ ਤੱਕ ਇੱਧਰ ਹੈ ਨਾ ਜਿਹੜਾ ਰਾਜ ਦਾ ਵਿਸਥਾਰ ਨਹੀਂ ਹੋ ਸਕਦਾ। ਫਿਰ ਉਸੇ ਟਾਈਮ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀ ਨੇ ਇਹ ਗੱਲ ਕੀਤੀ ਸੀ ਅਤੇ ਫਿਰ ਬਾਬਾ ਜੀ ਨੇ ਕਿਹਾ ਹੈਗਾ ਫਿਰ ਇੰਤਜ਼ਾਰ ਕਿਸ ਗੱਲ ਦਾ ਹੈਗਾ, ਚਲੋ ਹੁਣੇ ਆਪਾਂ ਚੱਲਦੇ ਹਾਂ। ਜਾ ਕੇ ਫਿਰ ਹੈ ਨਾ ਬਾਬਾ ਜੀ ਨੇ ਜਿਹੜਾ ਸੀਗਾ ਉਸੇ ਟਾਈਮ ਰਣਜੀਤ ਸਿੰਘ ਨਾਲ ਗੱਲਬਾਤ ਕਰਕੇ ਕਿ ਤੁਸੀਂ ਆਪਣੀ ਵੀ ਸੈਨਾ ਜਿਹੜੀ ਹੈਗੀ ਆ ਉਹਨੂੰ ਵੀ ਨਾਲ ਜਾਣ ਵਾਸਤੇ ਹੁਕਮ ਦਿਓ ਅਤੇ ਮੇਰੇ ਨਾਲ ਦੇ ਜਿਹੜੇ ਸਿੰਘ ਆ ਅਸੀਂ ਦੋਨੇ ਇਕੱਠੇ ਹੋ ਕੇ ਇਸ ਕਿਲੇ ਦੇ ਉੱਤੇ ਹੈ ਨਾ ਫਿਰ ਧਾਵਾ ਬੋਲ ਦਿੰਦੇ ਨੇ। ਸੋ ਗੱਲ ਕੀ ਆ, ਬਾਬਾ ਜੀ ਨੇ ਜਦ ਫਿਰ ਹੈ ਨਾ ਪਹਿਲਾਂ ਸ਼ਹੀਦਵਾਲ ਕਿਲੇ ਦੇ ਉੱਤੇ ਪਹਿਲਾਂ ਸਭ ਤੋਂ ਪਹਿਲਾਂ ਹੈ ਨਾ ਜਦ ਇਕੱਠੇ ਹੋ ਕੇ ਧਾਵਾ ਬੋਲਿਆ ਹੈ। ਇਸ ਧਾਵੇ ਬੋਲਣ ਤੋਂ ਬਾਅਦ ਬਾਬਾ ਜੀ ਨੇ ਫਿਰ ਜਿਹੜਾ ਇਹ ਕਿਲਾ ਸੀਗਾ ਇਸ ਜੰਗ ਦੇ ਵਿੱਚ ਕਈ ਜਿਹੜਾ ਸਮਾਂ ਸੀਗਾ ਹੈ ਨਾ ਉਹ ਲੱਗ ਗਿਆ ਸੀ। ਜਦ ਕਈ ਦਿਨ ਹੋ ਗਏ ਤਾਂ ਬਾਬਾ ਜੀ ਨੇ ਦੇਖਿਆ ਕਿ ਦੋਨਾਂ ਸੈਨਾ ਦੇ ਹੁੰਦਿਆਂ ਵੀ ਕਿਲਾ ਅਜੇ ਤੱਕ ਫਤਿਹ ਨਹੀਂ ਹੋਇਆ। ਫਿਰ ਬਾਬਾ ਜੀ ਨੇ ਇਹ ਗੱਲ ਕਹੀ ਸੀਗੀ ਕਿ ਦੇਖੋ ਅਗਰ ਇਹ ਕਿਲਾ ਜਿਹੜਾ ਹੈ ਨਾ ਇੰਨੇ ਟਾਈਮ ਦੇ ਵਿੱਚ ਫਤਿਹ ਨਹੀਂ ਹੁੰਦਾ ਹੈਗਾ ਅਤੇ ਸਿੰਘ ਦੇ ਨਾਂ ਨੂੰ ਫਿਰ ਲਾਜ ਲੱਗਦੀ ਹੈਗੀ ਆ। ਜਦ ਇਹ ਗੱਲ ਹੋਈ ਆ ਅਤੇ ਫਿਰ ਦੇਖੋ ਬਾਬਾ ਜੀ ਦਾ ਜਦ ਇਹ ਬਚਨ ਸਿੰਘਾਂ ਨੇ ਸੁਣਿਆ ਸੀਗਾ ਉਸ ਟਾਈਮ ਅਤੇ ਉਹਨਾਂ ਦਾ ਮਨ ਜਿਹੜਾ ਜੋਸ਼ ਸੀਗਾ ਦੁੱਗਣਾ ਤਿੱਗਣਾ ਹੋ ਗਿਆ। ਉਸ ਟਾਈਮ ਫਿਰ ਜਿਹੜੀਆਂ ਸਿੰਘਾਂ ਦੀਆਂ ਫੌਜਾਂ ਸੀਗੀਆਂ ਹੈ ਨਾ ਬੜੇ ਭਾਰੀ ਜੋਸ਼ ਦੇ ਨਾਲ ਲੜੀਆਂ। ਫਿਰ ਜੋਸ਼ ਦੇ ਨਾਲ ਲੜੀਆਂ ਸੀਗੀਆਂ ਅਤੇ ਜਿਸ ਕਰਕੇ ਇਸ ਜੋਸ਼ ਦੀ ਲੜਾਈ ਦੇ ਵਿੱਚ ਫਿਰ ਜਿਹੜੇ ਬੈਰੀ ਸੀਗੇ ਸ਼ਤਰੂ ਸੀਗੇ ਉਹ ਕਿਲਾ ਛੱਡ ਕੇ ਨੱਠ ਗਏ ਸੀਗੇ। ਫਿਰ ਬਾਬਾ ਜੀ ਨੇ ਇਹ ਜਿਹੜੇ ਸੀ ਦੋਨੇ ਕਿਲੇ ਹਨ, ਇੱਕ ਸ਼ਹੀਦਵਾਲ ਅਤੇ ਦੂਸਰਾ ਮਖਿਆਲ, ਇਹ ਜਿਹੜੇ ਦੋਨੇ ਕਿਲੇ ਸੀ ਹੈ ਨਾ ਇਹ ਸਰ ਕਰ ਲਏ ਸੀਗੇ। ਉਸ ਤੋਂ ਬਾਅਦ ਬਾਬਾ ਜੀ ਹੈ ਨਾ ਇੱਕ ਇਲਾਕਾ ਜਿਹੜਾ ਰੋਹਤਾਸ ਵਿੱਚ ਪੈਂਦਾ ਹੈਗਾ, ਜਿਸ ਇਲਾਕੇ ਦੇ ਵਿੱਚ ਬਾਬੇ ਨਾਨਕ ਨੇ ਇੱਕ ਚਸ਼ਮਾ ਜਿਹੜਾ ਹੈਗਾ ਉਹ ਚਲਾਇਆ ਸੀਗਾ। ਉੱਥੇ ਬਾਬਾ ਜੀ ਨੇ ਫਿਰ ਉੱਥੇ ਇੱਕ ਗੁਰਦੁਆਰੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕਰਕੇ ਉਸ ਗੁਰੂ ਘਰ ਨੂੰ ਆਬਾਦ ਕਰਾਇਆ ਸੀਗਾ ਅਤੇ ਉਹਦੇ ਵਾਸਤੇ ਆਲੇ ਦੁਆਲੇ ਦੀ ਜਿਹੜੀ ਲੰਗਰ ਦੀ ਜ਼ਮੀਨ ਸੀਗੀ ਉਹ ਵੀ ਗੁਰੂ ਘਰ ਦੇ ਜਿਹੜੀ ਸੀ ਉਹ ਨਾਮ ਕਰਾਈ ਸੀਗੀ। ਇਸੇ ਤਰ੍ਹਾਂ ਹੈ ਨਾ ਪਿੰਡ ਇੱਕ ਕਾਦਰਾਵਾਲ ਹੈਗਾ, ਇਹ ਜ਼ਿਲ੍ਹਾ ਗੁਜਰਾਤ 'ਤੇ ਪੈਂਦਾ ਤਕਰੀਬਨ ਹੈ ਨਾ, ਇਹ ਚਨਾਬ ਦੇ ਕੰਢੇ ਦੇ ਉੱਤੇ ਹੈਗਾ। ਜਦ ਇੱਥੇ ਜਿਹੜੇ ਸੀਗੇ ਇੱਕ ਸੰਤ ਭਾਗ ਸਿੰਘ ਨਾਂ ਦੇ ਜਿਹੜੇ ਸੀਗੇ ਇੱਕ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਆ। ਇਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਸੀਗੇ ਹੈ ਨਾ ਇਹ ਜਦ ਬਚਪਨ ਦੇ ਵਿੱਚ ਸੀਗੇ ਅਤੇ ਇਹਨਾਂ ਦੀ ਜਿਹੜੀ ਬਿਰਤੀ ਸੀਗੀ ਹੈ ਨਾ ਇਹ ਕਥਾ ਕੀਰਤਨ ਅਤੇ ਨਿਤਨੇਮ ਅਤੇ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਲੱਗਦੀ ਸੀਗੀ। ਸਮਾਂ ਪਾ ਕੇ ਇਹਨਾਂ ਦੇ ਵਿੱਚ ਜਦ ਬਰਾਗ ਆਇਆ ਹੈ ਨਾ, ਜਦ ਬਰਾਗ ਆਇਆ ਅਤੇ ਇਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਸੰਤ ਭਾਗ ਸਿੰਘ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਤੀਰਥ ਯਾਤਰਾ 'ਤੇ ਜਾਣਾ ਹੈਗਾ। ਜਦ ਤੀਰਥ ਯਾਤਰਾ ਦੀ ਗੱਲ ਹੋਈ ਆ ਤਾਂ ਫਿਰ ਇਹਨਾਂ ਦੇ ਪਿਤਾ ਜੀ ਨੇ ਕਹਿ ਦਿੱਤਾ ਸੀਗਾ ਕਿ ਮੈਂ ਹੁਣ ਬਿਰਧ ਹੋ ਗਿਆ ਹੈਗਾ, ਜਦੋਂ ਮੈਂ ਆਪਣਾ ਸਰੀਰ ਛੱਡੂੰਗਾ ਅਤੇ ਉਸ ਟਾਈਮ ਤੁਸੀਂ ਮੇਰੇ ਜਿਹੜੇ ਆਪਣੇ ਅਰਥੀਆਂ ਹੈਗੀਆਂ ਨਾ ਇਹ ਤੁਸੀਂ ਹਰਿਦੁਆਰ ਲੈ ਜਾਓ ਕਿਸੇ ਤੀਰਥ 'ਤੇ, ਉਸ ਟਾਈਮ 'ਤੇ ਤੁਸੀਂ ਹੈ ਨਾ ਇਕੱਠੀ ਯਾਤਰਾ ਕਰ ਲਓ। ਪਰ ਫਿਰ ਸੰਤ ਭਾਗ ਸਿੰਘ ਹੋਣੀ ਜਿਹੜੇ ਸੀਗੇ ਉਹਨਾਂ ਨੇ ਆਪਣੇ ਪਿਤਾ ਜੀ ਨੇ ਇਹ ਗੱਲ ਕਹੀ ਸੀਗੀ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਤੁਸੀਂ ਪਹਿਲਾਂ ਪੂਰੇ ਹੋਵੋਗੇ ਮੈਂ ਬਾਅਦ 'ਚ ਹੋਊਂਗਾ, ਕਿਉਂਕਿ ਮੌਤ ਜਿਹੜੀ ਹੈ ਨਾ ਉਹ ਉਮਰ ਨਹੀਂ ਦੇਖਦੀ। ਇਸ ਕਰਕੇ ਮੈਂ ਜੋ ਵੀ ਫੈਸਲਾ ਕੀਤਾ ਹੈ ਨਾ ਵੀ ਤੀਰਥ 'ਤੇ ਜਾਣ ਦਾ ਇਹ ਮੈਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗਾ। ਪਰ ਇਹਨਾਂ ਦੇ ਪਿਤਾ ਜੀ ਨੇ ਜਦ ਸੰਤ ਭਾਗ ਸਿੰਘ ਜਿਹੜੇ ਉਹਨਾਂ ਦੇ ਲੜਕੇ ਛੋਟੇ ਸੀਗੇ ਉਹਨਾਂ ਦੀ ਇਹ ਜਿਹੜੀ ਪ੍ਰੇਮ ਭਰੀ ਜਿੱਦ ਦੇਖੀ ਸੀ, ਫਿਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦਾ ਘਰ ਦੇ ਵਿੱਚ ਰਹਿਣ ਵਾਸਤੇ ਇਹਨਾਂ ਨੂੰ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਘਰ ਦੇ ਵਿੱਚ ਰਹੋ ਅਤੇ ਅਸੀਂ ਤੁਹਾਡੇ ਹੈ ਨਾ ਸ਼ਾਦੀ ਵਿਆਹ ਕਰ ਦਿੰਦੇ ਹਾਂ। ਪਰ ਜੋ ਉਸ ਟਾਈਮ ਫਿਰ ਸੰਤ ਭਾਗ ਸਿੰਘ ਜਿਹੜੇ ਸੀਗੇ ਨਾ ਇਹ ਨਹੀਂ ਸੀ ਮੰਨੇ, ਕਹਿੰਦੇ ਨਹੀਂ ਅਸੀਂ ਸ਼ਾਦੀ ਨਹੀਂ ਕਰਨੀ, ਅਸੀਂ ਹਰ ਹਾਲਤ ਦੇ ਵਿੱਚ ਤੀਰਥ 'ਤੇ ਜਾਣਾ। ਕਿਉਂਕਿ ਉਸ ਟਾਈਮ ਜਿਹੜੀ ਬਰਾਗ ਦੀ ਦਸ਼ਾ ਸੀ ਨਾ ਅੰਦਰ ਇਹ ਬੜੀ ਪ੍ਰਬਲ ਸੀ ਮਹਾਂਪੁਰਖਾਂ ਦੇ ਅੰਦਰ। ਬਸ ਉਸ ਤੋਂ ਬਾਅਦ ਇਹਨਾਂ ਨੇ ਜਦ ਇਹ ਅਟਲ ਫੈਸਲਾ ਲੈ ਲਿਆ ਸੀ ਉਸ ਟਾਈਮ ਇਹਨਾਂ ਨੇ ਅਦਾਸੀ ਭੇਖ ਧਾਰਨ ਕੀਤਾ। ਅਦਾਸੀ ਭੇਖ ਧਾਰਨ ਕਰਕੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਆਏ ਆ। ਇੱਥੇ ਆ ਕੇ ਇਹਨਾਂ ਨੇ ਹੈ ਨਾ ਅੰਮ੍ਰਿਤਸਰ ਆ ਕੇ ਮੱਥਾ ਟੇਕਿਆ, ਫਿਰ ਤਰਨਤਾਰਨ ਸਾਹਿਬ ਗਏ ਆ। ਇਸ ਤਰ੍ਹਾਂ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਹਰਿਦੁਆਰ ਅਤੇ ਅਖੀਰ ਫਿਰ ਬਨਾਰਸ ਪਹੁੰਚੇ ਆ। ਜਦ ਬਨਾਰਸ ਪਹੁੰਚੇ ਆ ਅਤੇ ਉਸ ਬਨਾਰਸ 'ਤੇ ਜਾ ਕੇ ਕਿਉਂਕਿ ਬਚਪਨ ਦੇ ਵਿੱਚ ਇਹਨਾਂ ਦੀ ਲਗਨ ਸੀ ਇਸ ਕਰਕੇ ਗੁਰਬਾਣੀ ਦਾ ਬੜਾ ਸ਼ੁੱਧ ਪਾਠ ਕਰਦੇ ਹੁੰਦੇ ਸੀਗੇ। ਅਤੇ ਅਗਲੀ ਗੱਲ ਇਹ ਸੀ ਕਿ ਸ਼ੁੱਧ ਪਾਠ ਦੇ ਵਿੱਚ ਇਹਨਾਂ ਦਾ ਜਿਹੜਾ ਰਸੀਲਾਪਨ ਸੀ ਨਾ ਰਸਨਾ ਦਾ ਉਹ ਬੜਾ ਗਹਿਰਾ ਸੀਗਾ। ਕੋਈ ਵੀ ਜਿਹੜਾ ਨਾ ਵਿਅਕਤੀ ਪੁਰਾਣੀ ਜਾਂ ਸੰਗਤ ਦਾ ਕੋਈ ਵੀ ਮੈਂਬਰ ਹੁੰਦਾ ਸੀ ਜਦੋਂ ਉਹ ਮਹਾਂਪੁਰਖਾਂ ਦੇ ਇਸ ਤਰ੍ਹਾਂ ਗੁਰਬਾਣੀ ਦਾ ਪਾਠ ਸੁਣਦਾ ਸੀਗਾ ਤਾਂ ਉਹ ਵੀ ਮੰਤਰ ਮੁਗਧ ਹੋ ਜਾਂਦਾ ਸੀਗਾ। ਜਦੋਂ ਮਹਾਂਪੁਰਖ ਬਨਾਰਸ ਗਏ ਆ ਅਤੇ ਉੱਥੇ ਇੱਕ ਨਿਰਮਲਿਆਂ ਵਾਲੇ ਮਹਾਂਪੁਰਖਾਂ ਦਾ ਆਸ਼ਰਮ ਸੀਗਾ ਜਿੱਥੇ ਬਾਬਾ ਜੀ ਨੇ ਜਿਹੜਾ ਸੀ ਆਪਣਾ ਗੁਰਬਾਣੀ ਦਾ ਸ਼ੁੱਧ ਪਾਠ ਉਹਨਾਂ ਨੂੰ ਸੁਣਾਇਆ ਸੀਗਾ। ਤਾਂ ਸਾਰੇ ਹੈ ਨਾ ਬਾਬਾ ਜੀ ਦੇ ਸ਼ੁੱਧ ਪਾਠ ਸੁਣ ਕੇ ਪ੍ਰੇਮੀ ਹੋ ਗਏ ਸੀਗੇ।
ਪਰ ਉੱਥੇ ਕੁਛ ਭਾਣਾ ਇਸ ਤਰ੍ਹਾਂ ਦਾ ਵਰਤਿਆ ਕਿ ਬਾਬਾ ਜੀ ਨੂੰ ਉਹਨਾਂ ਟਾਈਮਾਂ ਦੇ ਵਿੱਚ ਤੇਜ਼ ਬੁਖਾਰ ਹੋ ਗਿਆ। ਬੁਖਾਰ ਹੋਣ ਦੇ ਨਾਲ ਖਾਣਾ ਪੀਣਾ ਵੀ ਛੁੱਟ ਗਿਆ ਅਤੇ ਬੁਖਾਰ ਜਿਹੜਾ ਸੀਗਾ ਉਹ ਲੈਣ ਦੀ ਜਗ੍ਹਾ ਹੋਰ ਜ਼ਿਆਦਾ ਤੇਜ਼ ਹੁੰਦਾ ਗਿਆ। ਫਿਰ ਬਾਬਾ ਜੀ ਦੇ ਮਨ ਦੇ ਵਿੱਚ ਇਹ ਆਇਆ ਕਿ ਸ਼ਾਇਦ ਵਾਹਿਗੁਰੂ ਵੱਲੋਂ ਮੈਨੂੰ ਅਕਾਲ ਚਲਾਣੇ ਦਾ ਹੁਕਮ ਆ ਗਿਆ ਹੈਗਾ। ਪਰ ਇਸ ਬੇਹੋਸ਼ੀ ਦੀ ਹਾਲਤ ਦੇ ਵਿੱਚ ਬਾਬਾ ਜੀ ਨੇ ਇੱਕ ਮਨ ਹੀ ਮਨ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਸੀਗੀ ਕਿ ਇਹ ਧੰਨ ਗੁਰੂ ਨਾਨਕ ਸਾਹਿਬ ਵੀ ਤੁਸੀਂ ਜਿਹੜਾ ਹੈ ਨਾ ਜਗਨਨਾਥਪੁਰੀ ਆ ਜਿੱਥੇ ਤੁਸੀਂ ਆਰਤੀ ਚਾਰੀ ਆ, ਇਸ ਜਗ੍ਹਾ ਜਿਹੜੀ ਬੌਲੀ ਆ ਹੈ ਨਾ, ਇਸ ਬੌਲੀ ਦਾ ਮੈਂ ਜਲ ਛਕਣ ਦੀ ਮੇਰੇ ਮਨ 'ਚ ਇੱਛਾ ਸੀਗੀ। ਮੈਨੂੰ ਲੱਗਦਾ ਕਿ ਇਹ ਜਿਹੜੀ ਮੇਰੀ ਇੱਛਾ ਹੈ ਨਾ ਇਹ ਅਧੂਰੀ ਰਹਿ ਜਾਣੀ ਹੈ। ਇਸ ਤਰ੍ਹਾਂ ਜਦ ਮਨ ਦੇ ਵਿੱਚ ਵਿਚਾਰ ਛਿੜੀ ਆ, ਇਹਦੇ ਨਾਲ ਹੀ ਫਿਰ ਜਦ ਬਾਬਾ ਜੀ ਦੀ ਜਿਹੜੀ ਸੁਰਤ ਸੀਗੀ ਉਹ ਅੰਤਰ ਆਤਮਾ ਟਿਕੀ ਆ। ਬਾਬਾ ਜੀ ਨੇ ਸੁਰਤ 'ਚ ਕੀ ਦੇਖਿਆ ਕਿ ਦੋ ਬੜੇ ਜਮਦੂਤ ਡਰਾਉਣੇ ਹੈਗੇ ਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀ ਭੇਖ ਦੇ ਵਿੱਚ ਆਪਣੇ ਹੱਥ ਦੇ ਵਿੱਚ ਇੱਕ ਚਮਟਾ ਫੜਿਆ ਹੈਗਾ ਅਤੇ ਦੋਨਾਂ ਜਿਹੜਾ ਜਮਦੂਤਾਂ ਨੂੰ ਹੈ ਨਾ ਬੜੇ ਜ਼ੋਰ ਜ਼ੋਰ ਦੇ ਨਾਲ ਮਾਰ ਕੇ ਭਜਾ ਰਹੇ ਆ। ਜਦ ਉਹ ਜਿਹੜੇ ਜਮਦੂਤ ਸੀ ਬਾਬਾ ਜੀ ਦੀ ਮਾਰ ਖਾ ਕੇ ਜਦ ਮੂਹਰੇ ਭੱਜਦੇ ਆ ਅਤੇ ਇੱਧਰੋਂ ਇਹਨਾਂ ਦੀ ਅੱਖ ਖੁੱਲ੍ਹਦੀ ਆ। ਜਦ ਸੰਤ ਭਗਤ ਸਿੰਘ ਉਹਨਾਂ ਦੀ ਅੱਖ ਖੁੱਲ੍ਹੀ ਆ ਅਤੇ ਇਹਨੇ ਕੀ ਦੇਖਿਆ, ਇਹਨਾਂ ਦਾ ਜਿਹੜਾ ਸਾਰਾ ਸਰੀਰ ਸੀ ਉਹ ਮੁੜਕੀ ਹੋਇਆ ਸੀ ਤਾਂ ਸਾਰਾ ਜਿਹੜਾ ਕੱਪੜੇ ਸੀਗੇ ਪਸੀਨੇ ਨਾਲ ਭਿੱਜੇ ਹੋਏ ਸੀ। ਬਸ ਉਹ ਇੱਕ ਐਸੀ ਜਾਰੀ ਖੇਡ ਸੀਗੀ ਜਿਹਦੇ ਨਾਲ ਫਿਰ ਇਹਨਾਂ ਦਾ ਜਿਹੜਾ ਬੁਖਾਰ ਸੀਗਾ ਟੁੱਟ ਗਿਆ। ਅਤੇ ਫਿਰ 2-4 ਦਿਨ ਬਾਅਦ ਜਦ ਬਾਬਾ ਜੀ ਬਿਲਕੁਲ 9/9 ਹੋ ਗਏ, ਪੂਰੇ ਚੱਲਣਯੋਗ ਹੋ ਗਏ, ਉੱਥੋਂ ਫਿਰ ਹੈ ਨਾ ਬਾਬਾ ਜੀ ਫਿਰ ਚੁੱਪ ਚਪੀਤੇ ਇਹ ਜਿਹੜਾ ਬਨਾਰਸ ਦਾ ਡੇਰਾ ਸੀਗਾ ਇਹ ਛੱਡ ਕੇ ਫਿਰ ਇੱਧਰ ਹੈ ਨਾ ਨੰਦੇੜ ਯਾਤਰਾ 'ਤੇ ਗਏ, ਜਿੱਥੇ ਕਲਗੀਧਰ ਮਹਾਰਾਜ ਨੇ ਆਪਣਾ ਜਿਹੜਾ ਅੰਤਮ ਸਮਾਂ ਸੀਗਾ ਇੱਥੇ ਬਤੀਤ ਕੀਤਾ ਸੀਗਾ। ਸੋ ਜਦ ਨੰਦੇੜ ਸਾਹਿਬ ਪਹੁੰਚੇ ਆ, ਇੱਥੇ ਆ ਕੇ ਸੰਤ ਭਗਤ ਸਿੰਘ ਹੁਣਾਂ ਨੇ ਗੁਰਦੁਆਰੇ ਸਾਹਿਬਾਂ ਦੀ ਸਾਰੀ ਯਾਤਰਾ ਕੀਤੀ ਹੈ। ਇੱਥੇ ਕਾਫੀ ਸਮਾਂ ਬਾਬਾ ਜੀ ਨੇ ਆਪ ਵੀ ਹੱਥੀਂ ਸੇਵਾ ਕੀਤੀ ਆ। ਕਾਫੀ ਸਮਾਂ ਜਿਹੜਾ ਸੀਗਾ ਨਾ ਬਾਬਾ ਜੀ ਨੇ ਇਸ ਨੰਦੇੜ ਸਾਹਿਬ ਇਲਾਕੇ ਦੇ ਵਿੱਚ ਫਿਰ ਗੁਜ਼ਾਰਿਆ ਹੈਗਾ। ਜਦ ਸਮਾਂ ਗੁਜ਼ਾਰਿਆ ਹੈਗਾ ਇੱਥੇ, ਇਸ ਸਮੇਂ ਗੁਜ਼ਾਰਨ ਤੋਂ ਬਾਅਦ ਫਿਰ ਬਾਬਾ ਜੀ ਨੇ ਇਹ ਇਲਾਕਾ ਛੱਡਿਆ ਹੈਗਾ। ਇਸ ਇਲਾਕੇ ਛੱਡਣ ਤੋਂ ਬਾਅਦ ਬਾਬਾ ਜੀ ਇੱਕ ਜਗ੍ਹਾ ਆਏ ਆ। ਇਸ ਜਗ੍ਹਾ ਦੇ ਵਿੱਚ ਜਦ ਇੱਕ ਨਗਰ ਦੇ ਵਿੱਚ ਦੀ ਲੰਘਣ ਲੱਗੇ, ਉੱਥੇ ਇੱਕ ਖਾਲੀ ਦੁਕਾਨ ਦੇਖਿਆ ਨਾ, ਫਿਰ ਬਾਬਾ ਜੀ ਨੇ ਉੱਥੇ ਧੂਣਾ ਲਾਇਆ। ਜਦ ਖਾਲੀ ਦੁਕਾਨ 'ਤੇ ਧੂਣਾ ਲਾਇਆ ਅਤੇ ਬਾਬਾ ਜੀ ਉਸ ਧੂਣੇ ਦੇ ਵਿੱਚ ਐਸੀ ਸਮਾਧੀ 'ਚ ਬੈਠੇ ਕਿ ਸਮੇਂ ਦਾ ਕੋਈ ਪਤਾ ਨਹੀਂ ਲੱਗਿਆ। ਪਰ ਇੱਕ ਨਾਲ ਦਾ ਦੁਕਾਨਦਾਰ ਜਿਹੜਾ ਸਾਰੀ ਘਟਨਾ ਬਾਬਾ ਜੀ ਦੀ ਦੇਖ ਰਿਹਾ ਸੀਗਾ, ਬਾਬਾ ਜੀ ਦੇ ਕੋਲ ਆਇਆ, ਆ ਕੇ ਕਹਿਣ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਹੈ ਨਾ ਇਸ ਤਰ੍ਹਾਂ ਧੂਣਾ ਲਾ ਕੇ ਬੈਠੇ ਆ, ਇਸ ਤਰ੍ਹਾਂ ਜਿਹੜਾ ਹੈ ਨਾ ਤੁਹਾਨੂੰ ਰੋਟੀ ਰੱਬ ਨੇ ਨਹੀਂ ਦੇਣੀ। ਰੋਟੀ ਵਾਸਤੇ ਉੱਦਮ ਕਰਨਾ ਪੈਂਦਾ ਹੈਗਾ, ਕਿਉਂਕਿ ਇਹ ਧੂਣਾ ਤੁਹਾਡੀ ਮਾਂ ਨਹੀਂ ਆ ਜਿਹੜੀ ਤੁਹਾਨੂੰ ਬੁਲਾ ਕੇ ਰੋਟੀ ਦੇਵੇਗੀ। ਜਦ ਉਸ ਦੁਕਾਨਦਾਰ ਨੇ ਬਾਬਾ ਜੀ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਅਤੇ ਫਿਰ ਬਾਬਾ ਜੀ ਨੇ ਜਾਣੀ ਕਿ ਇਹ ਉਹ ਦੁਕਾਨਦਾਰ ਵੱਲ ਤੱਕਿਆ ਸੀਗਾ ਅਤੇ ਉਹਨੂੰ ਆਖਿਆ ਸੀਗਾ ਕਿ ਭਾਈ ਜਿਹੜੀ ਮੇਰੀ ਮਾਂ ਉਹ ਤਾਂ ਮੇਰੇ ਸਦਾ ਹੀ ਨਾਲ ਹੈਗੀ ਆ, ਉਹ ਮੈਨੂੰ ਰੋਟੀ ਵੀ ਖਿਲਾਏਗੀ ਅਤੇ ਲਾਡ ਵੀ ਲਡਾਏਗੀ। ਜਦ ਇਹ ਬੇਪਰਵਾਹੀ ਦੇ ਬਚਨ ਸੰਤ ਭਗਤ ਸਿੰਘ ਉਹਨਾਂ ਨੇ ਉਸ ਦੁਕਾਨਦਾਰ ਨੂੰ ਕੀਤੇ, ਉਹ ਦੁਕਾਨਦਾਰ ਜਿਹੜਾ ਸੀ ਉਹ ਚੁੱਪ ਕਰ ਗਿਆ। ਪਰ ਉਹ ਦੁਕਾਨਦਾਰ ਨੇ ਕੀ ਦੇਖਿਆ ਕਿ ਇੱਕ ਉੱਥੋਂ ਦੀ ਕੋਈ ਸੇਠ ਲੰਘ ਰਿਹਾ ਸੀ ਜਿਹਦੀ ਨਜ਼ਰ ਬਾਬਾ ਜੀ 'ਤੇ ਪਈ ਆ। ਜਦ ਪਈ ਆ, ਉਹਨੇ ਫਿਰ ਆਪਣੇ ਮਨ ਦੇ ਵਿੱਚ ਇਹਨਾਂ ਨੂੰ ਮਹਾਂਪੁਰਖ ਜਾਣ ਕੇ ਇਹਨਾਂ ਦੀ ਸੇਵਾ ਕਰਨ ਦਾ ਜਿਹੜਾ ਉਹਦੇ ਅੰਦਰ ਮਨ ਦੇ ਵਿੱਚ ਸੰਕਲਪ ਉੱਠਿਆ ਸੀਗਾ। ਘਰੋਂ ਜਾ ਕੇ ਵਧੀਆ ਪ੍ਰਸ਼ਾਦੇ ਤਿਆਰ ਕਰਕੇ ਅਤੇ ਫਿਰ ਉਹ ਬਾਬਾ ਜੀ ਦੇ ਲੈ ਕੇ ਆਇਆ। ਪਰ ਬਾਬਾ ਜੀ ਜਦ ਤੱਕ ਉੱਥੇ ਬੈਠੇ ਰਹੇ, ਘਰੋਂ ਰੋਜ਼ ਜਿਹੜਾ ਸੀਗਾ ਸੇਠ ਘਰੋਂ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਜੀ ਦੀ ਸੇਵਾ ਕਰਦਾ ਰਿਹਾ। ਇੱਥੇ ਕੁਛ ਦਿਨ ਰੁਕਣ ਤੋਂ ਬਾਅਦ ਹੈ ਨਾ ਫਿਰ ਬਾਬਾ ਜੀ ਜਿਹੜੇ ਸੀਗੇ ਇਹ ਇਲਾਕਾ ਛੱਡ ਗਏ। ਜਦ ਇਹ ਇਲਾਕਾ ਛੱਡ ਕੇ ਅਤੇ ਇੱਕ ਪੰਜਾਬ ਦਾ ਈਸਾ ਸ਼ਾਹ ਕੋਟ ਇਲਾਕਾ ਹੈਗਾ ਜਿਹੜਾ ਪੰਜਾਬ ਦਾ ਹੈਗਾ, ਇੱਥੇ ਫਿਰ ਜਦ ਬਾਬਾ ਜੀ ਪਹੁੰਚੇ ਆ, ਇਸ ਇਲਾਕੇ ਵਿੱਚ ਪਹੁੰਚ ਕੇ ਬਾਬਾ ਜੀ ਇੱਕ ਭਾਈ ਭੱਲਾ ਰਾਮ ਆ ਜਿਹੜੇ ਸੇਵਾ ਪੰਥੀ ਹੋਏ ਆ। ਭਾਈ ਭੱਲਾ ਰਾਮ ਜੀ ਦੇ ਜਿਹੜਾ ਡੇਰਾ ਸੀਗਾ ਉੱਥੇ ਬਾਬਾ ਜੀ ਨੇ ਆ ਕੇ ਜਿਹੜਾ ਸੀਗਾ ਆਪਣਾ ਟਿਕਾਣਾ ਕੀਤਾ। ਜਦ ਟਿਕਾਣਾ ਕੀਤਾ ਅਤੇ ਇੱਥੇ ਬਾਬਾ ਜੀ ਨੇ ਇਹ ਦੇਖਿਆ ਕਿ ਇੱਥੇ ਜਿਹੜਾ ਹਰੀ ਕੀਰਤਨ ਵਾ, ਪ੍ਰੇਮ ਸੇਵਾ, ਲੰਗਰ ਪ੍ਰਵਾਹ ਜਿਹੜਾ ਸੀਗਾ ਇਸ ਸਿਖਰਾਂ 'ਤੇ ਸੀਗਾ। ਅਤੇ ਭਾਈ ਭੱਲਾ ਰਾਮ ਜੀ ਜਿਹੜੇ ਸੇਵਾ ਪੰਥ ਸੀ, ਇਹ ਵੀ ਮਹਾਂਪੁਰਖ ਜਿਹੜੇ ਸੀਗੇ ਇਹ ਬਹੁਤ ਉੱਚ ਕੋਟੀ ਦੇ ਜਿਹੜੇ ਮਹਾਤਮਾ ਹੋਏ ਆ। ਇਹਨਾਂ ਦਾ ਪ੍ਰੇਮ ਫਿਰ ਬਾਬਾ ਜੀ ਨਾਲ ਬੜਾ ਪਿਆਰ ਹੈਗਾ। ਬਾਬਾ ਜੀ ਨੇ ਫਿਰ ਇਸ ਅਸਥਾਨ ਦੇ ਉੱਤੇ ਹੈ ਨਾ ਕਾਫੀ ਸਮਾਂ ਰੁਕ ਕੇ ਇੱਥੇ ਫਿਰ ਨਾਮ ਬਾਣੀ ਦਾ ਜਿਹੜਾ ਹੈ ਨਾ ਪ੍ਰਭਾਵ ਜਿਹੜਾ ਸੀ ਚਲਾਇਆ ਸੀਗਾ। ਇੱਥੇ ਬਾਬਾ ਜੀ ਜਿਹੜੇ ਸੀਗੇ ਉਹ ਦੀਵਾਨਾਂ ਦੇ ਵਿੱਚ ਆਉਂਦੇ ਸੀਗੇ, ਦੀਵਾਨ 'ਚ ਬਹਿੰਦੇ ਸੀਗੇ ਅਤੇ ਇਹ ਗੁਰਬਾਣੀ ਦਾ ਜਿਹੜਾ ਸ਼ੁੱਧ ਪਾਠ ਸੀ ਉਹ ਸਾਰੀ ਸੰਗਤ ਨੂੰ ਕਰਕੇ ਜਿਹੜੇ ਸੀ ਬਾਬਾ ਜੀ ਸੁਣਾਉਂਦੇ ਹੁੰਦੇ ਸੀਗੇ। ਇਸ ਤੋਂ ਬਾਅਦ ਫਿਰ ਬਾਬਾ ਜੀ ਨੇ ਇਹ ਇਲਾਕਾ ਛੱਡ ਕੇ ਇੱਕ ਦਾਦਨ ਖਾਨ ਪਿੰਡ ਵਾ, ਉਸ ਜਦ ਦਾਦਨ ਖਾਨ ਪਿੰਡ ਇਲਾਕੇ ਦੇ ਵਿੱਚ ਆਏ ਅਤੇ ਇੱਧਰੋਂ ਕੁਦਰਤੀ ਐਸਾ ਬਣਿਆ ਕਿ ਇੱਕ ਜਿਹੜੀ ਮਾਈ ਜਿਹਦਾ ਨਾਮ ਬੀਬੀ ਜੀਵੀ ਹੈ, ਬਾਬਾ ਜੀ ਦਾ ਮਿਲਾਪ ਹੈ ਨਾ ਮਾਈ ਬੀਬੀ ਜੀਵੀ ਜੀ ਨਾਲ ਹੋਇਆ। ਅਤੇ ਇਹ ਜਿਹੜੀ ਮਾਈ ਬੀਬੀ ਜੀਵੀ ਸੀਗੀ ਇਹ ਵੀ ਬਹੁਤ ਗੁਰਮੁਖ ਪਿਆਰੇ ਸੀਗੇ। ਸੋ
ਇਸ ਦੇ ਘਰ ਆ ਕੇ ਹੈ ਨਾ ਬਾਬਾ ਜੀ ਨੇ ਫਿਰ ਜਦ ਟਿਕਾਣਾ ਕੀਤਾ ਹੈਗਾ, ਅਤੇ ਬਾਬਾ ਜੀ ਦਾ ਆਉਣਾ ਸੁਣ ਕੇ ਇੱਥੇ ਸੰਤ ਭਾਗ ਸਿੰਘ ਹੁਣਾਂ ਦਾ ਆਉਣਾ ਸੁਣ ਕੇ ਇੱਥੇ ਵੀ ਜਿਹੜੀ ਕਾਫੀ ਸੰਗਤ ਆਉਣ ਲੱਗ ਪਈ। ਪਰ ਦੇਖੋ ਕੁਦਰਤ ਨੇ ਐਸਾ ਖੇਡ ਰਚਾਇਆ ਹੈਗਾ ਕਿ ਇੱਧਰੋਂ ਸੰਤ ਜਿਹੜੇ ਵੱਡੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਸਾਹਿਬ ਸਿੰਘ ਜੀ ਬੇਦੀ, ਜਦ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਸੀ ਇਹ ਦਾਦਨ ਖੰਡ ਪਿੰਡ ਵਿੱਚ ਆਇਆ, ਇੱਥੇ ਹੀ ਇਹਨਾਂ ਦਾ ਜਿਹੜਾ ਸੀਗਾ ਮਿਲਾਪ ਵਾ ਇਹ ਸੰਤ ਭਾਗ ਸਿੰਘ ਹੁਣਾਂ ਨਾਲ ਹੋਇਆ ਸੀਗਾ। ਪਰ ਸੰਤ ਭਾਗ ਸਿੰਘ ਹੁਣਾਂ ਦਾ ਸੁਭਾਅ ਸੀਗਾ ਕਿ ਜਿੰਨੀ ਵੀ ਸੰਗਤ ਇਹਨਾਂ ਦੇ ਦਰਸ਼ਨਾਂ ਵਾਸਤੇ ਆਉਂਦੀ ਸੀ, ਕੋਈ ਫਲ ਫਰੂਟ ਜਾਂ ਭੇਟਾ ਲੈ ਕੇ ਜਦ ਆਉਂਦੀ ਸੀ, ਬਾਬਾ ਜੀ ਸਾਰੀ ਭੇਟਾ ਜਿਹੜੇ ਸੀ ਸੰਗਤ 'ਚ ਵਰਤਾ ਦਿੰਦੇ ਸੀ, ਕੋਲ ਕੁਛ ਨਹੀਂ ਸੀ ਲੱਗਦੇ। ਪਰ ਇੱਕ ਪ੍ਰੇਮੀ ਨੇ ਜਦ ਆ ਕੇ ਇਹ ਬਾਬਾ ਜੀ ਦੇ ਅੱਗੇ ਬਦਾਮਾਂ ਦੀ ਜਿਹੜੀ ਹੈ ਨਾ ਕੁਛ ਭੇਟਾ ਰੱਖੀ ਆ, ਜਦ ਬਦਾਮ ਭੇਟਾ ਦੇ ਵਿੱਚ ਰੱਖਿਆ ਤੇ ਬਾਬਾ ਜੀ ਨੇ ਉਹ ਜਿਹੜੀ ਭੇਟਾ ਸੀਗੀ ਉਹ ਸੰਗਤ ਦੇ ਵਿੱਚ ਨਹੀਂ ਵਰਤਾਈ। ਪਰ ਜਦ ਜਿਹੜੀ ਆਪਣੇ ਮਾਈ ਜੀਵੀ ਸੀਗੀ ਉਹਨਾਂ ਨੇ ਬਾਬਾ ਜੀ ਨੂੰ ਇਸ ਦਾ ਕਾਰਨ ਪੁੱਛਿਆ, ਤੇ ਬਾਬਾ ਜੀ ਨੇ ਕਿਹਾ ਕਿ ਇੱਥੇ ਇੱਕ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਮਹਾਂਪੁਰਖ ਆ ਰਹੇ ਆ, ਇਹ ਭੇਟਾ ਸੀ ਉਹਨਾਂ ਦੇ ਚਰਨਾਂ 'ਚ ਰੱਖਣੀ ਹੈ। ਸੋ ਸੰਤ ਭਾਗ ਸਿੰਘ ਜੀ ਤੇ ਇਹ ਜਿਹੜੀ ਮਾਈ ਸੀਗੀ ਜੀਵੀ, ਇਹਨੂੰ ਨਾਲ ਲੈ ਕੇ ਜਦ ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਦਰਸ਼ਨਾਂ ਵਾਸਤੇ ਗਏ ਆ, ਅਤੇ ਇਹਨਾਂ ਦੇ ਦੀਵਾਨ ਦੇ ਵਿੱਚ ਜਦ ਬੈਠੇ ਆ, ਇੱਥੇ ਦੋਨਾਂ ਮਹਾਂਪੁਰਖਾਂ ਦੀ ਜਿਹੜੀ ਅੰਤਰਾਤਮੀ ਜੋਤ ਸੀਗੀ ਜਿਨ੍ਹਾਂ ਨੇ ਇੱਕ ਦੂਜੇ ਨੂੰ ਪਛਾਣਿਆ ਸੀਗਾ, ਇੱਥੇ ਆ ਕੇ ਫਿਰ ਬਾਬਾ ਜੀ ਇਹਨਾਂ ਦੇ ਦੀਵਾਨਾਂ ਨੂੰ ਸੁਣਦੇ ਰਹੇ ਆ। ਜਦ ਦੀਵਾਨਾਂ ਨੂੰ ਸੁਣਦੇ ਇੱਥੇ ਹੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਫਿਰ ਇਹਨਾਂ ਨੇ ਆਪਣਾ ਜਿਹੜਾ ਅਗਲਾ ਜੀਵਨ ਸੀਗਾ ਬਤਾਉਣ ਦਾ ਜਦ ਸੰਤ ਭਾਗ ਸਿੰਘ ਹੁਣਾਂ ਨੇ ਫੈਸਲਾ ਕੀਤਾ ਸੀਗਾ। ਅਤੇ ਇਸ ਦੀਵਾਨਾਂ ਦੇ ਵਿੱਚ ਕੀਰਤਨ ਸੁਣ ਕੇ ਤਾਂ ਬਾਬਾ ਜੀ ਦੇ ਬਚਨ ਸੁਣ ਕੇ ਭਾਗ ਸਿੰਘ ਜੀ ਦੇ ਮਨ 'ਤੇ ਇੰਨਾ ਅਸਰ ਹੋਇਆ ਕਿ ਮੈਂ ਸਮਾਂ ਆ ਗਿਆ ਕਿ ਮੈਂ ਅੰਮ੍ਰਿਤ ਛਕ ਕੇ ਹੈ ਨਾ ਅਤੇ ਫਿਰ ਤਿਆਰ ਸਿੰਘ ਹੋ ਜਾਵਾਂ। ਸੋ ਇੱਥੇ ਹੀ ਇਹਨਾਂ ਮਹਾਂਪੁਰਖਾਂ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਫਿਰ ਇਹਨਾਂ ਨੇ ਜਿਹੜਾ ਸੀ ਅੰਮ੍ਰਿਤਪਾਨ ਕੀਤਾ। ਜਦੋਂ ਸੰਤ ਭਾਗ ਸਿੰਘ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਤਾਂ ਫਿਰ ਇਹ ਖਾਲਸੇ ਪੰਥ ਰਾਜ ਦੇ ਵਿੱਚ ਜਦ ਸ਼ਾਮਲ ਹੋਇਆ, ਅਤੇ ਇਹਨਾਂ ਦੀ ਜਿਹੜੀ ਤਪੋਬਲ ਸੀਗਾ ਉਹ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਕੋਈ ਵੀ ਚੀਜ਼ ਨੂੰ ਮਿਣਿਆ ਨਹੀਂ ਜਾ ਸਕਦਾ, ਬਹੁਤ ਭਾਰਾ ਇਹਨਾਂ ਦਾ ਤਪੋਬਲ ਹੋਇਆ। ਪਰ ਆਪਾਂ ਜਿਵੇਂ ਜਾਣਦੇ ਹਾਂ ਕਿ ਮਾਇਆ ਸਮੇਂ ਆ ਕੇ ਸਭ ਦੇ ਉੱਤੇ ਆਪਣਾ ਜਿਹੜਾ ਅਸਰ ਦਿਖਾ ਦਿੰਦੀ ਆ। ਪਰ ਇੱਕ ਦਿਨ ਪਤਾ ਨਹੀਂ ਸੰਤ ਬਾਬਾ ਭਾਗ ਸਿੰਘ ਹੁਣਾਂ ਦੇ ਮਨ ਦੇ ਵਿੱਚ ਕੀ ਆਈ ਕਿ ਜਿਹੜੀ ਬਾਬਾ ਜੀ ਨੇ ਉਹਨਾਂ ਨੂੰ ਇੱਕ ਵੱਡੀ ਸ੍ਰੀ ਸਾਹਿਬ ਭੇਟ ਕੀਤੀ ਸੀਗੀ, ਇਹ ਸ੍ਰੀ ਸਾਹਿਬ ਜਿਹੜੀ ਸੀਗੀ ਉਹਨਾਂ ਨੇ ਜਿਹੜੀ ਸੀ ਇੱਕ ਪਾਸੇ ਰੱਖ ਦਿੱਤੀ। ਜਦ ਪਾਸੇ ਰੱਖੀ, ਪਰ ਬਾਬਾ ਸਾਹਿਬ ਸਿੰਘ ਬੇਦੀ ਹੁਣਾਂ ਨੇ ਜਦ ਦੂਸਰੇ ਦਿਨ ਬਾਬਾ ਭਾਗ ਸਿੰਘ ਹੁਣਾਂ ਨੂੰ ਮਿਲੇ ਆ ਅਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਜਿਹੜੀ ਹੱਥ ਦੀ ਵੱਡੀ ਸ੍ਰੀ ਸਾਹਿਬ ਉਹ ਕਿੱਥੇ ਆ? ਅਤੇ ਸੰਤ ਭਾਗ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਤਾਂ ਕੋਈ ਛਤਰੀ ਕੋਈ ਜਿਹੜਾ ਬੈਰੀ ਮਿੱਤਰ ਨਹੀਂ ਰਿਹਾ, ਇਹ ਵੱਡੀ ਸ੍ਰੀ ਸਾਹਿਬ ਜਿਹੜੀ ਉਹ ਤੇ ਬੈਰੀ ਅਤੇ ਛਤਰੀ ਵਾਸਤੇ ਹੈਗੀ ਆ, ਇਸ ਕਰਕੇ ਮੈਨੂੰ ਉਹਦੀ ਲੋੜ ਨਹੀਂ ਆ। ਪਰ ਬਾਬਾ ਸਾਹਿਬ ਸਿੰਘ ਬੇਦੀ ਹੁਣਾਂ ਨੇ ਸੰਤ ਭਾਗ ਸਿੰਘ ਹੁਣਾਂ ਨੇ ਫਿਰ ਇਹ ਬਚਨ ਕੀਤੇ ਸੀ ਕਿ ਕਲਗੀਧਰ ਮਹਾਰਾਜ ਦਾ ਫਰਮਾਨ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਸੋ ਉਹਨਾਂ ਦੇ ਪਹਿਲਾਂ ਜਿਹੜੇ 5 ਕਕਾਰ ਆ ਉਹਦੇ 'ਤੇ ਸਿੰਘ ਜਿਹੜਾ ਹੈ ਨਾ ਪੂਰਾ ਦ੍ਰਿੜ ਹੋਣਾ ਚਾਹੀਦਾ ਹੈਗਾ। ਸੋ ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਸੰਤ ਭਾਗ ਸਿੰਘ ਹੁਣਾਂ ਨਾਲ ਸਾਂਝੇ ਕੀਤੇ, ਅਤੇ ਸੰਤ ਭਾਗ ਸਿੰਘ ਜੀ ਜਿਹੜੇ ਬਚਨ ਸੁਣ ਕੇ ਜਿਹੜੇ ਸੀ ਉਹ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਇਹ ਆਖਿਆ ਸੀਗਾ ਕਿ ਤੁਸੀਂ ਜਿਹੜੀ ਗੱਲ ਕਰਦੇ ਆ ਕਿ ਮੇਰੇ ਜਿਹੜੇ ਅੰਦਰਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਤਰੂ ਹੈਗੇ ਆ, ਇਹ ਸ਼ਤਰੂ ਤਾਂ ਜਿਹੜੇ ਹੈਗੇ ਤੁਸੀਂ ਜਦੋਂ ਅੰਮ੍ਰਿਤ ਛਕ ਲਿਆ ਸੀਗਾ ਉਹਦੇ ਨਾਲ ਹੀ ਨਾਸ ਹੋ ਗਏ ਆ। ਬਾਕੀ ਜਿਹੜੀ ਹੱਥ ਦੀ ਸ੍ਰੀ ਸਾਹਿਬ ਹੈ, ਜੇ ਤੁਹਾਡਾ ਕੋਈ ਸ਼ਤਰੂ ਨਹੀਂ ਹੈ, ਪਰ ਇਹ ਕਿਸੇ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਤੁਸੀਂ ਆਪਣੇ ਹੱਥ ਦੇ ਵਿੱਚ ਇਸ ਚੀਜ਼ ਨੂੰ ਧਾਰਨ ਕਰਕੇ ਰੱਖਣਾ ਹੈਗਾ। ਜਦੋਂ ਬਾਬਾ ਸਾਹਿਬ ਸਿੰਘ ਬੇਦੀ ਹੁਣਾਂ ਨੇ ਸੰਤ ਭਾਗ ਸਿੰਘ ਹੁਣਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸੀਗੇ, ਫਿਰ ਸੰਤ ਭਾਗ ਸਿੰਘ ਹੁਣਾਂ ਨੇ ਫਿਰ ਜਿਹੜੀ ਵੱਡੀ ਸ੍ਰੀ ਸਾਹਿਬ ਸੀ ਜਿਹੜੀ ਤਿਆਗ ਦਿੱਤੀ ਸੀ, ਉਹ ਦੁਬਾਰਾ ਫਿਰ ਜਿਹੜੀ ਸੀ ਉਹ ਆਪਣੇ ਕਮਰ ਕੱਸੇ ਦੇ ਨਾਲ ਬੰਨ੍ਹ ਲਈ ਸੀ, ਅਤੇ ਤਿਆਰ ਫਿਰ ਸਿੰਘ ਹੋ ਗਏ ਸੀ ਅਤੇ ਆਪਣੀ ਭੁੱਲ ਬਖਸ਼ਾਈ ਸੀ। ਉਸ ਤੋਂ ਬਾਅਦ ਜਿਹੜਾ ਸਮਾਂ ਸੀਗਾ ਉਹ ਇਸ ਤਰ੍ਹਾਂ ਜਿਹੜਾ ਬੀਤਦਾ ਗਿਆ। ਅਤੇ ਪਰ ਬਾਬਾ ਭਾਗ ਸਿੰਘ ਹੁਣਾਂ ਦੇ ਜਿਹੜਾ ਇੱਕ ਕੁਦਰਤ ਨੇ ਗੁਣ ਦਿੱਤਾ ਸੀਗਾ ਕਿ ਗੁਰਬਾਣੀ ਸ਼ੁੱਧ ਬਾਣੀ ਅਤੇ ਬੜੀ ਮਿੱਠੀ ਅਤੇ ਮਿਠਾਸ ਰਸਨਾ ਸੀ ਇਹਨਾਂ ਦੀ। ਸੋ ਇਹਨਾਂ ਦੀ ਜਿਹੜੀ ਬਾਣੀ ਦੀ ਸ਼ੁੱਧਤਾ ਅਤੇ ਰਸਨਾ ਦੀ ਮਿਠਾਸ ਤੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਪ੍ਰਭਾਵਿਤ ਹੁੰਦੇ ਸੀਗੇ। ਜਦੋਂ ਵੀ ਉਹ ਬਾਣੀ ਸੁਣਦੇ ਸੀਗੇ ਹਮੇਸ਼ਾ ਇਹਨਾਂ ਦੇ ਮੁਖਾਰਬੰਦ ਤੋਂ ਹੀ ਸੁਣਦੇ ਹੁੰਦੇ ਸੀ। ਸੋ ਇੱਕ ਦਿਨ ਜਦੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਸੀਗੇ ਸੰਤ ਭਾਗ ਸਿੰਘ ਹੁਣਾਂ ਦੇ ਮੁਖਾਰਬੰਦ ਤੋਂ ਗੁਰਬਾਣੀ ਸਰਵਣ ਕਰ ਰਹੇ ਸੀਗੇ, ਐਸੀ ਸਮਾਧੀ ਲੱਗੀ, ਐਸਾ ਆਨੰਦ ਬੱਝਾ ਉਹਨਾਂ ਟਾਈਮਾਂ ਦੇ ਵਿੱਚ ਕਿ ਬਾਬਾ ਜੀ ਜਿਹੜੇ ਸੀਗੇ ਜਦ ਉਹਨਾਂ ਦੇ ਨੇਤਰ ਖੋਲ੍ਹੇ, ਉਹਨਾਂ ਨੇ ਨੇਤਰ ਖੋਲ੍ਹਦਿਆਂ ਸਾਰੀ ਹੈ ਨਾ ਸੰਤ ਭਾਗ ਸਿੰਘ ਹੁਣਾਂ ਨੂੰ ਜਿਹੜੇ ਵਰਦਾਨ ਦਿੱਤੇ। ਉਹ ਵਰਦਾਨ ਕੀ ਸੀਗੇ? ਮਹਾਂਪੁਰਖਾਂ ਨੇ ਕਿਹਾ ਕਿ ਜੇ ਅਸੀਂ ਮੁਕਤ ਹਾਂ ਤਾਂ ਫਿਰ ਤੁਸੀਂ ਵੀ ਮੁਕਤ ਆ, ਅਤੇ ਜੇ ਅਸੀਂ ਜਨਮ ਧਾਰਿਆ ਅਤੇ ਤੁਸੀਂ ਹੈ ਨਾ ਸਾਡੇ ਹਮੇਸ਼ਾ ਸੰਗੀ ਹੋਵੋਗੇ। ਤੁਸੀਂ
ਅਸੀਂ ਇੱਕ ਦੂਜੇ ਤੋਂ ਕਦੀ ਜੁਦੇ ਨਹੀਂ ਹੋਵਾਂਗੇ। ਜਦ ਇਸ ਤਰ੍ਹਾਂ ਦੇ ਜਿਹੜੇ ਬਚਨ ਸੀ ਬਾਬਾ ਸਾਹਿਬ ਸਿੰਘ ਬੇਦੀ ਹੋਣਾ ਨੇ, ਸੰਤ ਭਾਗ ਸੋਹਣਾ ਨੇ ਕੀਤੇ ਸੀਗੇ, ਤੇ ਫਿਰ ਇਹ ਸੰਤ ਭਾਗ ਸੋਹਣਾ ਦੇ ਅੰਦਰ ਦੀ ਜਿਹੜੀ ਜੋਤ ਸੀਗੀ ਉਹ ਲਟਾਲਟ ਜਗਣ ਲੱਗ ਪਈ ਸੀ। ਉਸ ਤੋਂ ਬਾਅਦ ਸਮਾਂ ਗੁਜ਼ਰਿਆ ਤੇ ਸੰਤ ਭਾਗ ਸਿੰਘ ਹੋਣੀ ਇੱਕ ਰਾਵਲਪਿੰਡੀ ਦਾ ਅਸਥਾਨ ਹੈ ਜਿਹਨੂੰ ਕੁਰੀ ਦਾ ਪਹਾੜ ਕਹਿੰਦੇ ਆ। ਇਹ ਕੁਰੀ ਦੇ ਪਹਾੜ ਕਰਕੇ ਨਾ ਫਿਰ ਇਹ ਮਹਾਂਪੁਰਖ ਜਿਹੜੇ ਸੀਗੇ ਇਹ ਪ੍ਰਸਿੱਧ ਹੋਏ ਆ। ਇੱਥੇ ਮਹਾਂਪੁਰਖਾਂ ਦੇ ਜਿਹੜੀ ਯਾਦ ਦੇ ਵਿੱਚ ਇੱਕ ਸਮਾਧ ਬਣੀ ਹੋਈ ਆ, ਤੇ ਇੱਥੇ ਹੀ ਫਿਰ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ, ਜੋ ਇਸ ਟਾਈਮ ਪਾਕਿਸਤਾਨ ਇਲਾਕੇ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾਂਦਾ ਹੈ। ਸੋ ਫਿਰ ਹਾਲ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।